ਇਸੇ ਦਿਹਾੜੇ ਦੇ ਨਾਲ ਇੱਕ ਘਟਨਾ ਸਿੱਖੀ ਦੇ ਵਿੱਚ ਹੋਈ, ਜਿਹੜੀ ਇਹ ਸ਼ਬਦ ਨਾਲ ਵੀ ਜੁੜੀ ਹੋਈ ਹੈ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਰਾਜ ਰਹੇ ਨੇ। ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਹੋਇਆ, ਤੁਰਕਾਂ ਤੇ ਪਹਾੜੀਆਂ ਨੇ ਘੇਰਾ ਪਾਇਆ ਹੋਇਆ। ਉਸ ਵੇਲੇ ਤੁਰਕਾਂ ਨੇ ਸਲਾਹ ਕੀਤੀ, ਪਹਾੜੀਆਂ ਨੇ ਸਲਾਹ ਕੀਤੀ ਵੀ ਆਪਾਂ ਹਾਥੀ ਦੇ ਨਾਲ ਟੱਕਰ ਮਾਰ ਕੇ ਤੇ ਆਪਣਾ ਲੋਹਗੜ੍ਹ ਦੇ ਕਿਲੇ ਦਾ ਗੇਟ ਭੰਨ ਕੇ ਵੜ ਜਾਈਏ। ਗੁਰੂ ਸਾਹਿਬ ਨੂੰ ਕਿਸੇ ਸੂਹੇ ਨੇ ਦੱਸਿਆ, ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਆਪਣਾ ਦੁਨੀ ਚੰਦ ਹਾਥੀ ਜਿਹੜਾ ਹਾਥੀ ਦਾ ਮੁਕਾਬਲਾ ਕਰੇਗਾ। ਦੁਨੀ ਚੰਦ ਸਰੀਰ ਕਰਕੇ ਕਾਫੀ ਡਾਢਾ ਮੋਟਾ ਸੀ, ਕਿਰਪਾ ਤਾਂ ਸਤਿਗੁਰੂ ਨੇ ਕਰਨੀ ਸੀ, ਪਰ ਉਹ ਘਬਰਾ ਗਿਆ ਤੇ ਸਾਰੀ ਰਾਤ ਕਦੇ ਕਿਸੇ ਨੂੰ ਕਹਿੰਦਾ, ਯਾਰ ਗੁਰੂ ਸਾਹਿਬ ਨੂੰ ਬੇਨਤੀ ਕਰੋ, ਭਲਾ ਬੰਦਾ ਹਾਥੀ ਨਾਲ ਕਿਵੇਂ ਲੜੂਗਾ। ਸਾਰਿਆਂ ਨੇ ਬੜਾ ਸਮਝਾਇਆ ਵੀ ਤੂੰ ਫਿਕਰ ਨਾ ਕਰ, ਇਹ ਕੰਮ ਤਾਂ ਗੁਰੂ ਸਾਹਿਬ ਲੈ, ਤੈਨੂੰ ਤਾਂ ਵਡਿਆਈ ਦੇਣੀ ਹੈ। ਪਰ ਉਹਦਾ ਨਾ ਮਨ ਟਿਕਿਆ। ਅਖੀਰ ਅੱਧੀ ਰਾਤ ਨੂੰ ਉਸਨੇ, ਇਹ ਮਾਝੇ ਦਾ ਮਸੰਦ ਸੀ ਦੁਨੀ ਚੰਦ, ਮਾਝੇ ਦੇ ਇਲਾਕੇ ਦਾ ਪ੍ਰਚਾਰਕ ਸੀ, ਮਸੰਦ ਸੀ। ਉੱਥੋਂ ਕਾਫੀ ਸੰਗੀ ਸਾਥੀ ਵੀ ਇਹਦੇ ਨਾਲ ਆਏ ਸਨ ਜੰਗ ਦੇ ਮੈਦਾਨ ਲਈ। ਉਹਨਾਂ ਆਪਣੇ ਸੰਗੀਆਂ ਸਾਥੀਆਂ ਨੂੰ ਕਹਿੰਦਾ, ਯਾਰ ਆਪਾਂ ਚੱਲੀਏ, ਬੰਦਾ ਕਿਤੇ ਹਾਥੀ ਨਾਲ ਲੜ ਸਕਦਾ ਹੈਗਾ, ਐਵੇਂ ਮਾਰੇ ਜਾਵਾਂਗੇ, ਹੁਣ ਨਹੀਂ ਇੱਥੋਂ ਛੁੱਟ ਸਕਦੇ ਆਪਾਂ। ਕੱਲ੍ਹ ਨੂੰ ਹਾਥੀ ਨੇ ਆਉਣਾ, ਗੇਟ ਭੰਨ ਦੇਣਾ ਤੇ ਮੁਗਲਾਂ ਨੇ ਅੰਦਰ ਵੜ ਜਾਣਾ, ਮਾਰੇ ਜਾਵਾਂਗੇ ਸਾਰੇ, ਚੱਲੀਏ। ਤੇ ਕਈ ਛੋਟੇ ਦਿਲ ਵਾਲੇ ਜਿਹੜੇ ਸਨ ਮਾਝੇ ਦੇ ਲੋਕ, ਉਹ ਦੁਨੀ ਚੰਦ ਦੇ ਨਾਲ ਚੱਲਣ ਲਈ ਤਿਆਰ ਹੋ ਗਏ ਤੇ ਇਹਨਾਂ ਨੇ ਕਿਲ੍ਹਾ ਸਾਹਿਬ ਲਈ, ਅਨੰਦਪੁਰ ਸਾਹਿਬ ਦੇ ਕਿਲੇ ਦੀ ਕੰਧ ਟੱਪਣ ਦੀ ਸਲਾਹ ਬਣਾਈ। ਇਹਨਾਂ ਨੇ ਇੱਕ ਲੰਬਾ ਰੱਸਾ ਤਿਆਰ ਕੀਤਾ, ਪੱਗਾਂ ਪੁੱਗਾਂ ਬੰਨ੍ਹ ਕੇ ਕੁਦੰਬ ਤਿਆਰ ਕੀਤੀ, ਔਰ ਇਹਦੇ ਸੰਗੀ ਸਾਥੀ ਉਸ ਕੁਦੰਬ ਨੂੰ ਫੜ ਕੇ ਉਤਰਨ ਲੱਗੇ। ਪਰ ਜਦੋਂ ਇਹ ਉਤਰਨ ਲੱਗਿਆ ਤਾਂ ਇਹਦਾ ਸਰੀਰ ਬਹੁਤ ਜ਼ਿਆਦਾ ਭਾਰੀ ਸੀਗਾ ਤੇ ਉਹ ਰੱਸਾ ਟੁੱਟ ਗਿਆ ਤੇ ਥੱਲੇ ਡਿੱਗ ਪਿਆ, ਡਿੱਗਦੇ ਹੀ ਲੱਤ ਟੁੱਟ ਗਈ। ਹੁਣ ਜਿਹੜੇ ਸੰਗੀ ਸਾਥੀ ਇਹਦੇ ਨਾਲ ਜਾਣ ਨੂੰ ਤਿਆਰ ਹੋਏ ਸੀ, ਉਹਨਾਂ ਨੂੰ ਵਕਤ ਪੈ ਗਿਆ। ਉਹਨਾਂ ਨੇ ਇਹਨੂੰ ਮੰਜੇ ਤੇ ਪਾਇਆ ਤੇ ਮੰਜੇ ਤੇ ਪਾ ਕੇ ਤੇ ਮਾਝੇ ਨੂੰ ਲੈ ਤੁਰੇ ਤੇ ਲਿਜਾ ਕੇ ਦੁਨੀ ਚੰਦ ਨੂੰ, ਦੁਨੀ ਚੰਦ ਦੇ ਪਿੰਡ ਉਹਦੇ ਘਰ ਲੈ ਗਏ। ਘਰੇ ਲਿਜਾ ਕੇ ਮੰਜਾ ਰੱਖ ਦਿੱਤਾ। ਹੁਣ ਉਸ ਇਲਾਕੇ ਦੇ ਲੋਕ ਪਤਾ ਕਰਨ ਆਉਂਦੇ ਆ ਦੁਨੀ ਚੰਦ ਦਾ ਵੀ ਗੁਰੂ ਸਾਹਿਬ ਦਾ ਕੀ ਹਾਲ ਹੈ, ਇਹ ਉੱਥੋਂ ਆਏ ਨੇ, ਪਤਾ ਕਰੀਏ। ਪਰ ਦੁਨੀ ਚੰਦ ਕਹਿੰਦਾ ਵੀ ਮੈਂ ਕਿਸੇ ਨੂੰ ਮਿਲਣਾ ਨਹੀਂ, ਮੈਨੂੰ ਪਿਛਲੇ ਕਮਰੇ 'ਚ ਮੰਜਾ ਡਾਹ ਦਿਓ। ਪਿਛਲੇ ਕਮਰੇ 'ਚ ਮੰਜਾ ਡਾਹਤਾ। ਅੱਧੀ ਰਾਤ ਨੂੰ ਕਿਤੇ ਇਹ ਉੱਠਿਆ, ਥੱਲੇ ਪੈਰ ਧਰੇ ਤੇ ਉੱਥੇ ਸੱਪ ਸੀਗਾ ਤੇ ਕਾਲਾ ਸੱਪ ਇਹਦੇ ਲੜ ਗਿਆ ਤੇ ਰਾਤ ਨੂੰ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਜਿਹੜੇ ਇਹਦੇ ਨਾਲ ਗਏ ਸਨ ਸੰਗੀ ਸਾਥੀ, ਉਹ ਵੀ ਘਰੋਂ ਘਰੀ ਗਏ। ਪਰਿਵਾਰਾਂ ਨੇ ਪੁੱਛਿਆ, ਮਾਂ ਪਿਓ ਨੇ, ਘਰਵਾਲੀ ਨੇ ਜਾਂ ਭੈਣਾਂ ਨੇ ਪੁੱਛਿਆ, ਭਰਾਵਾਂ ਨੇ ਪੁੱਛਿਆ ਵੀ ਤੁਸੀਂ ਉੱਥੋਂ ਆਏ ਹੋ, ਕੀ ਹਾਲ ਹੈ? ਕਹਿੰਦੇ ਉੱਥੇ ਕੋਈ ਹਾਲ ਨਹੀਂ, ਤੁਰਕਾਂ ਨੇ ਘੇਰਾ ਪਾਇਆ ਹੋਇਆ, ਗੁਰੂ ਸਾਹਿਬ ਘੇਰੇ 'ਚ ਹੈ ਤੇ ਅਸੀਂ ਆ ਗਏ। ਤੇ ਫਿਰ ਮਾਝੇ ਦੇ ਉਹਨਾਂ ਪਰਿਵਾਰਾਂ ਨੇ ਉਹਨਾਂ ਨੂੰ ਝਿੜਕਣਾ ਕੀਤਾ ਵੀ ਤੁਸੀਂ ਇਹ ਕੀ ਕੀਤਾ। ਗੱਲ ਚੱਲਦੀ ਹੈ ਬੇਦਾਵੇ ਦੀ। ਬੇਦਾਵਾ ਉੱਥੇ ਨਹੀਂ ਲਿਖਿਆ, ਉੱਥੋਂ ਤਾਂ ਦੁਨੀ ਚੰਦ ਨੂੰ ਚੱਕ ਕੇ ਲਿਆਏ ਸੀ ਇਹ, ਕੋ ਸਤਨਾਮ ਸ੍ਰੀ। ਪਰਿਵਾਰ ਲੜਨ ਲੱਗੇ ਵੀ ਤੁਸੀਂ ਇਹ ਚੰਗਾ ਨਹੀਂ ਕੀਤਾਗਾ, ਦੁਨੀ ਚੰਦ ਦੇ ਮਗਰ ਲੱਗ ਕੇ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ, ਪਿੱਠ ਦੇ ਕੇ ਆ ਗਏ, ਚੰਗਾ ਨਹੀਂ ਕੀਤਾ। ਹੌਲੀ ਹੌਲੀ ਗੱਲ ਪਿੰਡ ਵਿੱਚ ਕਾਫੀ ਘੁੰਮ ਗਈ ਤੇ ਪਰਿਵਾਰ ਸਾਰੇ ਇਕੱਠੇ ਹੋਏ। ਚੌਧਰੀ, ਨੰਬਰਦਾਰ, ਪਿੰਡ ਦੇ ਮੋਹਤਵਾਰ ਬੰਦੇ ਵੀ ਇਕੱਠੇ ਹੋਏ ਤਾਂ ਅਖੀਰ ਉੱਥੋਂ ਦੀ ਇੱਕ ਚੜ੍ਹਦੀ ਕਲਾ ਦੀ ਬੀਬੀ ਹੈ, ਮਾਤਾ ਭਾਗ ਕੌਰ, ਮਾਈ ਭਾਗੋ ਅਸੀਂ ਉਹਨੂੰ ਪਿਆਰ ਨਾਲ ਕਹਿੰਦੇ ਹਾਂ।
तो माई भागो कहन लगी चलो इकट्ठे होके चलीए आपां गुरु साहब नूं मिलीए। ये तो बहुत गलत काम हो गया, तुसीं दाग लवा के आ गए। कल नूं इतिहास लिखिया जाना है तो दुनिया विच माझे दे लोकां नूं लाहनतां पैणीਆਂ भी गुरु साहब नूं आए छड्ड गए सी। ਉਹ दुनी चंद तां चलो मर गया सप लड़ के, पर बाकी दे जिहड़े नाल संगी गए सी सारे ਉਹ इकट्ठे कर लए बीबी ने। और पिंड का होर भी 100-200 बंदा इकट्ठा कर लिया तो उधरों चल पे गुरु साहब नूं मिलने वास्ते। इधर धन धन श्री गुरु गोबिंद सिंह महाराज जी ने आनंदपुर साहब का किला छड्ड दिता। कुछ दिनों बाद किला छड्डण तो बाद सतगुरु पातशाह जी ने सारियां जंगां कीतियां। निर्मोह की जंग, फिर चमकौर साहब की जंग, माछीवाड़े च रुकना, फिर उतों पलंगे ते बैठ के सतगुरां नूं गनी खां नबी खां होरां ने मुगलों के घेरे चों कढ़ के लियाउणा। चलदे चलदे सतगुरु पातशाह जी ये यात्रा दौरान आलमगीर ते आलमगीर तो रायकोट ते उस तो बाद पातशाह इधर नूं आए ते चलदे चलदे जैतों दे कोले एक जगह है रामियाणा। रामियाणे दे जंगल दे विच सतगुरां दा जथा पहुंचे ते उधरों बीबी जिहड़ी लैके चली सी उथों जथा अंमृतसर तो। इन्हां दोनों जथियां दा मिलाप रामियाणे दी धरती ते होया। तो माई भागो दे नाल लगभग 200 बंदा कहंदे। उस 200 बंदे विच ਉਹ ਸਿੰਘ भी है ਜਿਹੜੇ आनंदपुर साहब तो गए न, ते होर भी ਵੱਡੇ ਵੱਡੇ चौधरी नंबरदार सरपंच ਜਿਹੜੇ ਕਹਿੰਦੇ ਸਾਡੀ ਰੰਗੇ ਨਾਲ ਸਿੱਧੀ है, ਸਾਡੀ सरकार ਦੇ ਨਾਲ बनी हुई है, ਉਹ भी लोग ਵਿੱਚ ਸਨ। ਤੇ ਰਾਮਿਆਂ ਦੀ ਧਰਤੀ ਤੇ ਇਹਨਾਂ ਦੋਹਾਂ ਜਥਿਆਂ ਦਾ ਮਿਲਾਪ ਹੋਇਆ ਤੇ ਪੜਾ ਹੋ ਗਿਆ। ਬੈਠ ਗਏ, ਟਿਕ ਗਏ, ਗੱਲਾਂ ਬਾਤਾਂ ਚੱਲ ਪਈਆਂ। ਅਖੀਰ ਜਿਹੜੇ ਮਾਝੇ ਤੋਂ ਲੋਕ ਆਏ ਸੀ ਉਹਨਾਂ ਚੋਂ ਕੋਈ ਚੌਧਰੀ ਕੋਈ ਨੰਬਰਦਾਰ ਕਹਿਣ ਲੱਗੇ ਮਹਾਰਾਜ ਤੁਸੀਂ ਕੀ ਖੱਟਿਆ, ਲੜਾਈਆਂ ਕਰਕੇ ਸਾਰਾ ਪਰਿਵਾਰ ਖੇੜੂ ਬੇੜੂ ਹੋ ਗਿਆ। ਜੇ ਤੁਸੀਂ ਕਹੋ ਤਾਂ ਅਸੀਂ ਤੁਹਾਡੀ ਮੁਗਲਾਂ ਨਾਲ ਸੰਧੀ ਕਰਵਾ ਦਿੰਦੇ ਹਾਂ। जब उन्होंने ये गल कही कि मुगलों नाल संधि करवा दिने तो धन गुरु गोबिंद सिंह महाराज जी कह लगे भलिओ तुसी मैनू सिक्ख्या देन आयो कि लैन आयो। तो उस वेले फिर पातशाह कहते उदों तुसीं कित्थे गए सी जदों पंजवें पातशाह नूं शहीद किया, उदों सरकार नाल संधि करदे। जदों नौवें पातशाह ने शहीदी पाई उन्हां नूं शहीद किया, उदों तुसीं इह संधि करवा दिंदे, उदों मिलाप करवा दिंदे। हुण तां साडा सब कुछ लग चुकिया दा ते साहिबजादे शहीद हो गए हन, सारे सिंह शहीद हो गए हन बेअंत। तो उन्हां च कोई हंकारी मनुख बोलिया कि असीं तुहानूं गुरु नहीं मनदे जे तुसीं साडी गल नहीं मनदे। ते गुरु साहब कहण लगे चंगा भाई जे तुसीं सानूं अपना गुरु नहीं मनदे तो मैनूं लिख के दे जो। कहंदे उत्थे कागज़ दे उत्ते पंक्ति लिखी गई भी तूं साडा गुरु नहीं, असीं तेरे सिख नहीं। जद ये बचन लिखे तो थले उन्हां हकारी बंदियां नूं कहा भी लै फिर जिहड़ा सानूं गुरु नहीं मनदा ना आपदे सहन कर दिओ, कल नूं जिम्मेवारी मेरी है दरगाह दे विच, क्योंकि मैं संसार दा गुरु हाँ। जिहड़ा नहीं मनदा मेरी उहदी जिम्मेवारी कोई नहीं होवेगी। इस तरह कई लोगों ने सहन कर दिते जिन्हों असीं बेदावा लिखते हाँ, जिन्हों असीं बेदावा कहने हाँ। और धन गुरु गोबिंद सिंह जी ने कहते वो कागज़ इकट्ठा किया, तय मारिया ते खीसे च पा लिया, खीसे च पा के तुर पे। ये जथा खड़ा झाकदा रह गया। हौली हौली ये भी अपने माझे वाल नूं मुड़न लगे, पर माता भागो कहन लगी मैं तो नहीं जाती सोडे नाल, तुसीं गलत काम किया। आपां आए तां मिलन सी, तुसीं तां कागजी कार्रवाई लिख के करती है, पक्के विछोड़े पा दिते, जा सदा नहीं तोड़ दी है गुरु नालों, ये तां काम खराब हो गया।
ਮਾਈ ਭਾਗੋ ਨੇ ਕਿਹਾ ਮੈਂ ਨਹੀਂ ਤੁਹਾਡੇ ਨਾਲ ਜਾਂਦੀ, ਮੈਂ ਤਾਂ ਗੁਰੂ ਸਾਹਿਬ ਦੇ ਮਗਰ ਜਾਨੀ ਆ, ਇਹ ਤਾਂ ਬਹੁਤ ਕੰਮ ਖਰਾਬ ਹੋ ਗਿਆ। ਆਪਾਂ ਚਿੱਠੀ ਲਿਖ ਕੇ ਦੇ ਦਿੱਤੀ ਗੁਰੂ ਸਾਹਿਬ ਨੂੰ। ਮਾਈ ਭਾਗੋ ਦਾ ਹੌਸਲਾ ਦੇਖ ਕੇ ਭਾਈ ਮਹਾਂ ਸਿੰਘ ਜਿਹੜਾ ਉਸੇ ਜਥੇ ਵਿੱਚ ਸੀ ਉਹ ਰੁਕ ਗਿਆ, ਔਰ ਮਹਾਂ ਸਿੰਘ ਦੇ ਵੇਖ ਕੇ ਫਿਰ ਹੋਰ 2 ਰੁਕੇ, 4 ਰੁਕੇ, 5 ਰੁਕੇ। ਏਦਾਂ ਰੁਕਦਿਆਂ 40 ਸਿੱਖ ਜਿਹੜੇ ਸਨ ਉਹ ਮਾਤਾ ਭਾਗੋ ਦੇ ਨਾਲ ਹੋ ਗਏ ਤੇ ਬਾਕੀ ਦੇ ਚਲੇ ਗਏ ਵਾਪਸ। ਤੇ ਮਾਤਾ ਭਾਗੋ ਇਹਨਾਂ 40 ਸਿੱਖਾਂ ਨੂੰ ਲੈ ਕਰਕੇ ਗੁਰੂ ਸਾਹਿਬ ਦੇ ਮਗਰ ਚੱਲੀ ਆ। ਗੁਰੂ ਸਾਹਿਬ ਅੱਗੇ ਅੱਗੇ ਆ, ਮਗਰ ਮਗਰ ਇਹ ਜਥਾ ਮਾਝੇ ਵਾਲਾ ਤੇ ਵਿਦਾਵੇ ਵਾਲਾ ਕਾਗਜ਼ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਗੀਝੇ 'ਚ ਹੈ, ਚੋਲੇ ਦੇ ਖੀਸੇ 'ਚ ਹੈ। ਤੇ ਉਸ ਤੋਂ ਮਗਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੈਤੋ ਰਾਮਾਇਣ ਤੋਂ ਚੱਲੇ ਕੋਟਕਪੂਰੇ ਨੂੰ। ਕੋਟਕਪੂਰਾ ਕਪੂਰੇ ਦੇ ਨਾਂ ਤੇ ਕਿਲਾ ਸੀ, ਉੱਥੇ ਚੌਧਰੀ ਸੀ ਇਹ ਵੀ ਉਸ ਇਲਾਕੇ ਦਾ। ਜਿਸ ਤਰ੍ਹਾਂ ਅੱਜ ਕੱਲ੍ਹ MLA ਦੇ ਮੰਤਰੀਆਂ ਦੇ ਬੰਦੇ ਹੁੰਦੇ ਆ ਨਗਰਾਂ ਦੇ ਵਿੱਚ, ਉਦੋਂ ਚੌਧਰੀ ਨੰਬਰਦਾਰ ਹੁੰਦੇ ਸਰਕਾਰੀ ਬੰਦੇ। ਜਿਸ ਵੇਲੇ ਗੁਰੂ ਪਿਆਰੇ ਹੋਏ ਕੋਟਕਪੂਰੇ ਗਏ ਪਾਤਸ਼ਾਹ ਜੀ, ਉਹਦੇ ਕੋਲੋਂ ਉਹਦਾ ਕਿਲਾ ਜੰਗ ਕਰਨ ਵਾਸਤੇ ਮੰਗਿਆ। ਉਹਨੇ ਜਵਾਬ ਦੇ ਦਿੱਤਾ, ਕਹਿੰਦਾ ਨਾ ਜੀ, ਮੈਨੂੰ ਤਾਂ ਮੁਗਲ ਗਨ ਦਾ ਤੋਬਰਾ ਚੜਾ ਕੇ ਮਾਰ ਦੇਣਗੇ। ਪਾਤਸ਼ਾਹ ਕਹਿੰਦੇ ਤਥਾ ਅਸਤੂ ਇੱਦਾਂ ਹੀ ਹੋਵੇਗੀ ਫਿਰ ਤੇਰੇ ਨਾਲ। ਤੇ ਪਾਤਸ਼ਾਹ ਉੱਥੋਂ ਗਾਹਾਂ ਲੰਘ ਗਏ। ਮਗਰ ਹੀ ਇਹ ਜਥਾ ਮਾਈ ਭਾਗੋ ਦਾ, ਭਾਈ ਮਹਾਂ ਸਿੰਘ ਹੋਰਿਆਂ ਦਾ, ਤੇ ਮਗਰੇ ਹੀ ਸਰਕਾਰੀ ਜਥਾ ਵੀ ਆ ਗਿਆ, ਸਰਕਾਰੀ ਫੌਜ ਵੀ ਆ ਗਈ ਮਗਰ ਲੱਭਦੀ। ਇਸ ਤਰ੍ਹਾਂ ਇਹ ਤਿੰਨੇ ਜਥੇ, ਪਿੱਛੇ ਸਰਕਾਰੀ ਫੌਜ ਹੈ, ਮੂਹਰੇ ਗੁਰੂ ਸਾਹਿਬ ਦੀ ਫੌਜ ਹੈ ਤੇ ਵਿਚਾਲੇ ਭਾਈ ਮਹਾਂ ਸਿੰਘ ਹੋਰੀ ਆ। ਕੋਟਕਪੂਰੇ ਨੂੰ ਪਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਸ੍ਰੀ ਮੁਕਤਸਰ ਸਾਹਿਬ ਆ ਗਏ। ਜੰਗਲਾਂ ਦੇ ਵਿੱਚ ਪੁਰਾਣੇ ਸਮਿਆਂ 'ਚ ਲੋਕ ਪਾਣੀ ਨੂੰ ਸਟੋਰ ਕਰਨ ਵਾਸਤੇ ਆਪਣੇ ਖੇਤਾਂ ਦੇ ਵਿੱਚ ਇੱਕ ਵੱਡੀ ਢਾਹ ਪੱਟ ਲੈਂਦੇ ਸੀਗੇ। ਜਦੋਂ ਮੀਂਹ ਪੈਂਦੇ ਜੋ ਪਾਣੀ ਇਕੱਠਾ ਹੋ ਜਾਂਦਾ। ਜਿੱਥੇ ਸ੍ਰੀ ਮੁਕਤਸਰ ਸਾਹਿਬ ਹੈ, ਇੱਥੇ ਗੁਰੂ ਪਿਆਰਿਓ ਖਿਦਰਾਣਾ, ਰੁਪਾਣਾ ਤੇ ਢਿੰਗਾਣਾ ਇਹ 3 ਭਰਾ ਸਨ। ਤਿੰਨਾਂ ਭਰਾਵਾਂ ਦੇ ਨਾਂ ਤੇ ਅੱਜ 3 ਪਿੰਡ ਵੱਜੇ ਹੋਏ ਆ। ਤੇ ਜਿਹੜੀ ਢਾਬ ਇਹਨਾਂ ਨੂੰ ਰਸਤੇ ਵਿੱਚ ਮਿਲੀ ਉਹ ਸੀ ਭਾਈ ਖਿਦਰਾਣੇ ਦੀ ਢਾਬ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਢਾਬ ਦੇਖ ਕੇ ਕਿਹਾ, ਸਿੰਘੋ ਇੱਥੇ ਰੁਕੀਏ, ਇੱਥੇ ਮੋਰਚੇ ਗੱਡੀਏ, ਕਿਉਂਕਿ ਜੰਗ ਦੇ ਵਿੱਚ ਤੇਹ ਲੱਗਦੀ ਹੈ, ਪਾਣੀ ਦੀ ਬੜੀ ਲੋੜ ਪੈਂਦੀ ਆ ਤੇ ਆਪਣੇ ਕੋਲੇ ਪਾਣੀ ਮਿਲ ਗਿਆ। ਇਸ ਪਾਣੀ ਤੇ ਕਬਜ਼ਾ ਕਰੋ। ਤੇ ਥੋੜੀ ਦੂਰੀ ਤੇ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਮੋਰਚਾ ਲਾ ਲਿਆ। ਸਿੰਘਾਂ ਨੇ ਮੋਰਚੇ ਲਾ ਲਏ ਤੇ ਇਧਰ ਵਿਚਾਲੇ ਆ ਗਿਆ ਜਥਾ ਮਾਤਾ ਭਾਗੋ, ਭਾਈ ਮਹਾਂ ਸਿੰਘ ਔਰ 40 ਸਿੱਖਾਂ ਦਾ। ਇਹਨਾਂ ਨੇ ਗੁਰੂ ਪਿਆਰਿਓ ਉਰੇ ਵਿਚਾਲੇ ਕਰਕੇ ਮੋਰਚੇ ਗੱਡ ਲਏ ਵੀ ਹੁਣ ਕਾਗਜ਼ ਪਾੜਨ ਦੀ ਗੱਲ ਤਾਂ ਫੇਰ ਕਰਾਂਗੇ, ਬੇਦਾਵਾ ਤਾਂ ਫੇਰ ਪੜਵਾਵਾਂਗੇ, ਪਹਿਲਾਂ ਇਹਨਾਂ ਨਾਲ 2 ਹੱਥ ਕਰੀਏ ਜਿਹੜੇ ਗੁਰੂ ਸਾਹਿਬ ਦੇ ਮਗਰ ਪਏ ਹੋਏ ਆ। ਤਾਂ ਇਸ ਖਿਦਰਾਣੇ ਦੀ ਢਾਬ ਦੇ ਉੱਤੇ ਗੁਰੂ ਪਿਆਰਿਓ ਜੰਗ ਹੋ ਗਿਆ। ਇਹਨਾਂ 40 ਸਿੱਖਾਂ ਨੇ ਗਹਿ ਗੱਚ ਲੜਾਈ ਕੀਤੀ। ਸਿੰਘਾਂ ਨੂੰ ਜੰਗਲਾਂ ਵਿੱਚ ਜੰਗ ਕਰਨੀ ਆਉਂਦੀ ਸੀ। ਸਿੰਘਾਂ ਦੇ ਕੋਲੇ ਪਾਣੀ ਵੀ ਸੀਗਾ ਪੀਣ ਨੂੰ, ਤੇ ਮੁਗਲ ਫੌਜਾਂ ਨੂੰ ਜੰਗਲ ਦੇ ਵਿੱਚ ਲੜਨਾ ਨਹੀਂ ਸੀ ਆਉਂਦਾ। ਗੁਰੂ ਕੇ ਸਿੰਘਾਂ ਨੇ ਪਹਿਲਾਂ ਹੀ ਉੱਥੇ ਮੋਰਚੇ ਤਿਆਰ ਕਰ ਲਏ ਸੀ। ਇਸ ਤਰ੍ਹਾਂ ਗੁਰੂ ਪਿਆਰਿਓ ਉੱਥੇ ਜਿਹੜੀ ਲੜਾਈ ਹੋਈ, ਇਹਦੇ ਵਿੱਚ ਮੁਗਲਾਂ ਦੇ, ਪਹਾੜੀਆਂ ਦੇ ਬਹੁਤ ਲੋਕ ਮਾਰੇ ਗਏ, ਉਹਨਾਂ ਦਾ ਫੌਹ ਨਾ ਪਿਆ। ਜਦ ਤੇਹ ਲੱਗਦੀ ਸਿੰਘ ਤਾਂ ਪਾਣੀ ਪੀ ਲੈਂਦੇ ਉਹ ਢਾਬ ਚੋਂ, ਪਰ ਇਹਨਾਂ ਮੁਗਲਾਂ ਨੂੰ ਪੀਣ ਨੂੰ ਪਾਣੀ ਵੀ ਨਾ ਮਿਲਿਆ। ਹੁਣ ਜਦ ਜ਼ੋਰ ਪੈਂਦਾ ਤੇ ਗੁਰੂ ਸਾਹਿਬ ਜੀ ਟਿੱਬੀ ਤੋਂ ਖੜੇ ਹੋਏ ਤੀਰ ਛੱਡਦੇ ਤੇ ਗੁਰੂ ਸਾਹਿਬ ਦੇ ਤੀਰਾਂ ਦੇ ਨਾਲ ਵੀ ਬੇਅੰਤ ਫੌਜ ਇਹਨਾਂ ਦੀ ਫਨਾਹ ਹੋ ਗਈ। ਅਖੀਰ ਇਹਨਾਂ ਦੇ ਫੌਜੀ ਧਿਆਏ ਮਰਨ ਲੱਗੇ ਤੇ ਪਾਣੀ ਮੰਗਦੇ ਨੇ, ਪਰ ਪਾਣੀ ਕਿਤੇ ਮਿਲਦਾ ਨਹੀਂ। ਉਸ ਇਲਾਕੇ ਦੇ ਸੂਹੀਆਂ ਨੂੰ ਪੁੱਛਦੇ ਆ ਪਾਣੀ ਕਿੱਥੇ ਮਿਲੂਗਾ, ਕਹਿੰਦੇ ਪਾਣੀ ਤਾਂ ਸਾਹਮਣੇ ਛਪੜੀ ਹੈ, ਢਾਬ ਹੈ,
ਪਰ ਉੱਥੋਂ ਪਾਣੀ ਤਾਂ ਮਿਲੂਗਾ ਜੇ ਤੁਸੀਂ ਸਿੰਘਾਂ ਨੂੰ ਜਿੱਤੋਗੇ। ਸਿੰਘ ਅੱਗੇ ਵਧਣ ਨਹੀਂ ਦਿੰਦੇ। ਜਾਂ ਫਿਰ ਇੱਥੋਂ 10 ਕੋਹ ਪਿੱਛੇ ਖਿਦਰਾਣੇ ਦੀ ਢਾਬ ਹੈ, ਉੱਥੋਂ ਮਿਲ ਸਕਦਾ। ਆਪਣਾ ਧੰਗਾਣੇ ਦੀ ਢਾਬ ਹੈ, ਹੋਰ ਢਾਬ ਹੈ ਕੋਈ, ਇੱਥੋਂ 10 ਕੋਹ ਤੇ ਉੱਧਰ ਜਾਣਾ ਪੈਣਾ। ਇਸ ਤਰ੍ਹਾਂ ਸਰਕਾਰੀ ਫੌਜਾਂ, ਮੁਗਲ ਫੌਜਾਂ, ਤੁਰਕ ਫੌਜਾਂ ਸੈਂਟਰ ਸਰਕਾਰ ਦੀਆਂ ਅਖੀਰ ਮੂੰਹ ਦੀ ਖਾ ਕੇ, ਹਾਰ ਖਾ ਕੇ ਧਿਆਏ ਮਰਦੇ। ਇੱਥੋਂ ਪਾਣੀ ਨਾ ਮਿਲਿਆ ਤੇ ਪੁੱਠੇ ਮੁੜ ਗਏ। ਜੰਗ ਸ਼ਾਂਤ ਹੋ ਗਿਆ, ਪਰ ਇੰਨੇ ਸਮੇਂ 'ਚ ਉਹ ਜਿਹੜੇ 40 ਸਿੱਖ ਸੀ ਵਿਚਾਲੇ ਲੜ ਰਹੇ ਸੀ, ਉਹਨਾਂ 'ਚੋਂ ਕਾਫੀ ਸ਼ਹੀਦ ਹੋ ਗਏ। ਮਾਈ ਭਾਗੋ ਵੀ ਕਾਫੀ ਜ਼ਖਮੀ ਹੋ ਗਈ, ਭਾਈ ਮਹਾਂ ਸਿੰਘ ਵੀ ਜ਼ਖਮੀ ਹੋਇਆ। ਪਰ ਭਾਈ ਮਹਾਂ ਸਿੰਘ ਹੋਰਾਂ ਨੇ ਇੱਕ ਇਹ ਸਲਾਹ ਕੀਤੀ ਸੀ, ਪਰਨ ਬਣਾਇਆ ਸੀ ਕਿ ਜਿੰਨਾ ਚਿਰ ਅਸੀਂ ਗੁਰੂ ਸਾਹਿਬ ਤੋਂ ਬੇਦਾਵੇ ਵਾਲਾ ਕਾਗਜ਼ ਪੜਵਾ ਨਹੀਂ ਦਿੰਦੇ, ਉਹਨਾਂ ਚਿਰ ਮਰਾਂਗੇ ਨਹੀਂ। ਇਸ ਕਰਕੇ ਉਹਦਾ ਸੁਰਤ, ਉਹਦਾ ਧਿਆਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਪਿਆ। ਮੌਤ ਆਉਂਦੀ ਹੈ ਪਰ ਮਹਾਂ ਸਿੰਘ ਨੂੰ ਮਾਰ ਨਹੀਂ ਸਕੀ, ਕਿਉਂਕਿ ਗੁਰੂ ਦੇ ਚਰਨਾਂ 'ਚੋਂ ਕਾਲ ਵੀ ਨਹੀਂ ਲਿਜਾ ਸਕਦਾ। ਏਕ ਚੀਤ ਜੇ ਇੱਕ ਛਿਣ ਧਿਆਇਓ, ਕਾਲ ਫਸ ਕੇ ਬੀਚ ਨਾ ਆਇਓ। ਭਾਈ ਮਹਾਂ ਸਿੰਘ ਉੱਥੇ ਯਾਦ ਕਰ ਰਿਹਾ ਗੁਰੂ ਸਾਹਿਬ ਨੂੰ, ਆ ਕੇ ਦਰਸ਼ਨ ਦਿਓ, ਕਿਉਂਕਿ ਜ਼ਖਮੀ ਬਹੁਤ ਹੋ ਗਿਆ। ਤੇ ਜਾਨੀ ਜਾਨ ਸਤਿਗੁਰੂ ਵੀ ਟਿੱਬੀ ਸਾਹਿਬ ਤੋਂ ਉਤਰ ਕੇ ਥੱਲੇ ਆਏ, ਔਰ ਥੱਲੇ ਆ ਕਰਕੇ ਉਹਨਾਂ ਸਿੰਘਾਂ ਨੂੰ ਦੇਖਣਾ ਕੀਤਾ ਤੇ ਦੇਖ ਕੇ ਕਹਿਣ ਲੱਗੇ ਆਪਣੇ ਜਥੇ ਨੂੰ, ਕਹਿੰਦੇ ਇਹ ਤਾਂ ਉਹੀ ਮਾਝੇ ਵਾਲਾ ਜਥਾ ਹੈ। ਦੇਖੋ ਕੋਈ ਇਹਨਾਂ ਚੋਂ ਬਚਿਆ ਹੈ, ਕੋਈ ਜਿਉਂਦਾ ਹੈ, ਸਿੱਖਦਾ ਹੈ ਕੋਈ। ਤਾਂ ਦੇਖਦਿਆਂ ਭਾਈ ਮਹਾਂ ਸਿੰਘ ਦੇ ਸਾਹ ਵਗਦੇ ਦੇਖੇ ਤੇ ਪਾਤਸ਼ਾਹ ਜੀ ਨੇ ਉੱਥੇ ਚੌਂਕੜਾ ਮਾਰ ਕੇ ਮਹਾਂ ਸਿੰਘ ਦਾ ਸਿਰ ਆਪਣੀ ਗੋਦੀ 'ਚ ਰੱਖ ਲਿਆ। ਤੇ ਗੁਰੂ ਪਿਆਰਿਓ, ਉਹਨਾਂ ਦਾ ਮੁਖ ਸਾਫ਼ ਕੀਤਾ, ਮੂੰਹ ਵਿੱਚ ਪਾਣੀ ਪਾਇਆ, ਹੋਸ਼ ਆਈ, ਥੋੜੀ ਅੱਖਾਂ ਖੁੱਲੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਮਹਾਂ ਸਿੰਘ ਝਾਕ ਦੇਖ ਇੱਧਰ। ਮਹਾਂ ਸਿੰਘ ਕਹਿਣ ਲੱਗਿਆ, ਮਹਾਰਾਜ ਕਿਆ ਦੇਖੀਏ, ਤੁਹਾਡੇ ਵੱਲ ਅਸੀਂ ਹੁਣ ਦੇਖ ਨਹੀਂ ਸਕਦੇ, ਕਿਉਂਕਿ ਅਸੀਂ ਗਲਤੀ ਕੀਤੀ ਆ, ਤੁਹਾਨੂੰ ਬੇਦਾਵਾ ਲਿਖ ਕੇ ਦਿੱਤਾ। ਟੁੱਟੀ ਗੰਢ ਲਓ। ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ 'ਚ ਲਿਖਿਆ, ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਤੋ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਸਾਡੀ ਸਭ ਦੀ ਚਿੰਤਾ ਹੈ। ਦੇਖੋ ਗੁਰੂ ਸਾਹਿਬ ਨੇ ਉਹ ਬੇਦਾਵਾ ਲਿਖਿਆ ਤੇ ਕਿਸੇ ਕਾਰਨ ਹੀ ਲਿਖਿਆ ਸੀਗਾ, ਤਾਂ ਉਹਨਾਂ ਨੂੰ ਚਿੰਤਾ ਸੀ। ਭਾਈ ਮਹਾਂ ਸਿੰਘ ਕਹਿਣ ਲੱਗਿਆ, ਜੀ ਟੁੱਟੀ ਗੰਢ ਲਓ ਕਿਰਪਾ ਕਰਕੇ, ਉਹ ਕਾਗਜ਼ ਕਿੱਥੇ ਆ ਬੇਦਾਵੇ ਵਾਲਾ? ਪਾਤਸ਼ਾਹ ਕਹਿੰਦੇ, ਟੁੱਟੀ ਹੁੱਟੀ ਮਹਾਂ ਸਿੰਘ ਤੂੰ ਦੱਸ ਤੈਨੂੰ ਕੀ ਚਾਹੀਦਾ? ਜੇ ਕਹੇ ਤਾਂ ਮੈਂ ਤੈਨੂੰ ਮਾਤ ਲੋਕ ਦਾ ਰਾਜਾ ਬਣਾ ਦਿੰਦਾ, ਕਹੇ ਤਾਂ ਦੇਵ ਲੋਕ ਦਾ ਰਾਜ ਦੇ ਦਿੰਦਾ। ਇਸ ਤਰ੍ਹਾਂ ਗੁਰੂ ਪਿਆਰਿਓ, ਭਾਈ ਮਹਾਂ ਸਿੰਘ ਕਹਿਣ ਲੱਗਿਆ, ਜੀ ਮੈਨੂੰ ਰਾਜ ਨਹੀਂ ਚਾਹੀਦਾ, ਕੋਈ ਰਾਜ ਭਾਗ ਦੀ ਲੋੜ ਨਹੀਂ ਹੈ, ਮੁਕਤੀ ਵੀ ਨਹੀਂ ਚਾਹੁੰਦਾ, ਮੈਂ ਤੇਰੇ ਚਰਨਾਂ 'ਚ ਰਹਿਣਾ ਚਾਹੁੰਦਾ। ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਚਰਨਾਂ 'ਚ ਰੱਖ ਤੇ ਕਿਰਪਾ ਕਰਕੇ ਉਹ ਬੇਦਾਵੇ ਵਾਲਾ ਕਾਗਜ਼ ਕਿੱਥੇ ਉਹ ਪਾੜ ਦਿਓ ਤੇ ਸਾਨੂੰ ਚਰਨੀ ਲਾ ਦਿਓ। ਜਿਹੜਾ ਅੱਜ ਦਾ ਸ਼ਬਦ ਆਪਾਂ ਮਹੀਨੇ 'ਚ ਪੜ੍ਹਿਆ, 12 ਮਾਹਾਂ 'ਚੋਂ ਪੜ੍ਹਿਆ, ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ, ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਿਸੇ ਹੰਕਾਰ ਦੇ ਕਾਰਨ ਹੀ ਚੌਧਰੀਆਂ ਦੇ ਮੁਖ 'ਚੋਂ ਨਿਕਲਿਆ ਸੀ ਨਾ, ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ। ਪਾਤਸ਼ਾਹ ਕਹਿਣ ਲੱਗੇ, ਚੰਗਾ ਫਿਰ ਇੱਥੇ ਸਾਈਨ ਕਰ ਦਿਓ ਮਾੜੇ ਜੇ। ਉੱਤੇ ਲਿਖ ਦਿੱਤਾ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਕਹੋ ਸਤਨਾਮ। ਥੱਲੇ ਸਾਈਨ ਕਰ ਦਿੱਤੇ ਕਈ ਲੋਕਾਂ ਨੇ। ਤਾਂ ਹੁਣ ਭਾਈ ਮਹਾਂ ਸਿੰਘ ਕਹਿੰਦਾ, ਮਹਾਰਾਜ ਜੀ ਉਹ ਬੇਦਾਵੇ ਵਾਲਾ ਕਾਗਜ਼ ਪਾੜ ਦਿਓ। ਪਾਤਸ਼ਾਹ ਕਹਿੰਦੇ, ਛੱਡ ਮਹਾਸਿਆ ਟੁੱਟੀ ਹੁੱਟੀ, ਤੈਨੂੰ ਦੱਸ ਕੀ ਚਾਹੀਦਾ? ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ। ਜਿਹੜੇ ਮੇਰੇ ਸਾਥੀ ਸਨ ਸ਼ਹੀਦ ਹੋ ਗਏ, ਉਹਨਾਂ ਨੂੰ ਸੱਚਖੰਡ 'ਚੋਂ ਐਂਟਰੀ ਨਹੀਂ ਮਿਲ ਰਹੀ, ਸੱਚਖੰਡ 'ਚ ਪ੍ਰਵੇਸ਼ ਨਹੀਂ ਮਿਲ ਰਿਹਾ, ਉਹ ਰੂਹਾਂ ਭਟਕ ਗਈਆਂ ਹਨ ਸਾਡੀਆਂ, ਉਹਨਾਂ ਸਾਰੀਆਂ ਨੂੰ ਮੁਕਤ ਕਰੋ ਮਹਾਰਾਜ।
ਔਰ ਇਸੇ ਬਚਨ ਨੂੰ ਆਪਾਂ ਆਨੰਦ ਸਾਹਿਬ ਚੋਂ ਪੜ੍ਹ ਲਈਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਜੇ ਕੋਈ ਆਪਣੇ ਗੁਰੂ ਤੋਂ ਬੇਮੁਖ ਹੋ ਜਾਵੇ, ਉਹ ਜਿੰਨਾ ਚਿਰ ਦੁਬਾਰਾ ਗੁਰੂ ਨੂੰ ਮਿਲਦਾ ਨਹੀਂ, ਉਹਦੀ ਮੁਕਤੀ ਨਹੀਂ ਹੋਣੀ ਮੁੜ ਕੇ। ਕੋ ਸਤਨਾਮ ਸਿੰਘ, ਜਿਹੜੀ ਰੂਹ ਦੀ ਗੰਢ ਉਸੇ ਫੁਰਨੇ ਵਿੱਚ ਵੱਜ ਜਾਣੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾ ਕੋਈ, ਜਿੱਥੇ ਮਰਜੀ ਭੱਜ ਲੈ। ਜਿੰਨਾ ਚਿਰ ਗੁਰੂ ਨੂੰ ਨਹੀਂ ਮਿਲਦਾ ਉਹਨਾਂ ਚਿਰ ਮੁਕਤੀ ਨਹੀਂ ਹੋਣੀ। ਪਾਵੇ ਮੁਕਤ ਨਾ ਹੋਰ ਥਾ ਕੋਈ, ਪੁੱਛੋ ਵਿਵੇਕੀਆਂ ਜਾਏ। ਵਿਵੇਕੀ ਬ੍ਰਹਮ ਗਿਆਨੀਆਂ ਨੂੰ, ਨਾਮ ਜਪਣ ਵਾਲਿਆਂ ਨੂੰ ਪੁੱਛ ਲਓ। ਜੇ ਇੱਕ ਵਾਰੀ ਗੁਰੂ ਤੋਂ ਗੁੱਸੇ ਹੋਏ ਤਾਂ ਤੁਸੀਂ ਵਿਛੜ ਗਏ, ਦੁਬਾਰੇ ਮਿਲ ਨਹੀਂ ਸਕਦੇ, ਮੁਕਤ ਨਹੀਂ ਹੋ ਸਕਦੇ। ਅਨੇਕ ਜੂਨੀ ਭਰਵੀਂ ਆਵੇ, ਫਿਰ ਕਦੋਂ ਮੁਕਤ ਹੋਵੇਗਾ? 84 ਲੱਖ ਜੂਨਾਂ ਦੁਬਾਰੇ ਭੋਗਣੀਆਂ ਪੈ ਸਕਦੀਆਂ। ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਵੀ ਤਾਂ ਮੁਕਤੀ ਹੋ ਜੇ ਦੁਬਾਰੇ ਮਨੁੱਖਾ ਜਨਮ ਮਿਲਿਆ ਤੇ ਗੁਰੂ ਵਾਲਾ ਬਣੇ। ਕਹੋ ਸਤਨਾਮ ਸ੍ਰੀ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਤੇ ਇਹੀ ਘਟਨਾ ਅੱਜ ਭਾਈ ਮਹਾਂ ਸਿੰਘ ਹੋਰਾਂ ਨਾਲ ਘਟੀ ਆ। ਸ਼ੁਕਰ ਹੈ ਕਿ ਮਹਾਂ ਸਿੰਘ ਅਜੇ ਜਿਉਂਦਾ। ਗੱਲਬਾਤ ਹੋ ਰਹੀ ਹੈ ਇਸੇ ਜਨਮ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੇਨਤੀ ਕਰ ਰਹੇ ਆ, ਮਹਾਰਾਜ ਉਹ ਬੇਦਾਵਾ ਪਾੜ ਦਿਓ, ਮੈਨੂੰ ਕੁਛ ਨਹੀਂ ਚਾਹੀਦਾ, ਸਾਡੀ ਟੁੱਟੀ ਗੰਢ ਲਓ। ਉਸ ਵੇਲੇ ਸਤਿਗੁਰ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਉਹ ਖੀਸੇ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਖੋਲ ਕੇ ਭਾਈ ਮਹਾਂ ਸਿੰਘ ਨੂੰ ਵਿਖਾਇਆ। ਦੇਖ ਉਹੀ ਆ। ਕਹਿਣ ਲੱਗਿਆ ਜੀ ਉਹੀ ਹੈ, ਕਿਰਪਾ ਕਰਕੇ ਇਹਨੂੰ ਹੁਣ ਪਾੜ ਦਿਓ ਤਾਂ ਮੈਨੂੰ ਸ਼ਾਂਤੀ ਆਉਣੀ ਆ। ਕਹੋ ਸਤਨਾਮ ਸ੍ਰੀ। ਤਾਂ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਬੇਦਾਵੇ ਵਾਲਾ ਕਾਗਜ਼ ਪਾੜ ਕੇ ਹਵਾ ਵਿੱਚ ਉਡਾ ਦਿੱਤਾ ਤੇ ਟੁੱਟੀ ਗੰਢੀ ਦਾ ਸ਼ਬਦ ਉਚਾਰ ਦਿੱਤਾ। ਔਰ ਉਸ ਖਿਦਰਾਣੇ ਦੀ ਢਾਬ ਨੂੰ ਸਤਿਗੁਰ ਜੀ ਨੇ ਮੁਕਤੀ ਦਾ ਸਰੋਵਰ ਦਾ ਗੁਰੂ ਪਿਆਰਿਓ ਭਰ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ। ਉਹਨੂੰ ਮੁਕਤ ਸਰ ਕਹਿ ਦਿੱਤਾ ਖਿਦਰਾਣੇ ਦੀ ਢਾਬ ਨੂੰ। ਤੇ ਉਹਨਾਂ 40 ਮੁਕਤਿਆਂ ਨੂੰ, ਜਿਹੜੀਆਂ ਰੂਹਾਂ ਗੁਰੂ ਤੋਂ ਬੇਮੁਖ ਹੋ ਕੇ ਭਟਕ ਗਈਆਂ ਸਨ, ਉਹਨਾਂ ਨੂੰ ਅੱਜ ਮੁਕਤੀ ਦੇ ਦਿੱਤੀ। ਤੇ ਆਉਣ ਵਾਲੇ ਸਮੇਂ ਵਾਸਤੇ ਵੀ ਵਚਨ ਕਰਤਾ, ਮਹਾਸਿਆ ਤੂੰ ਮਾਝੇ ਦੀ ਰੱਖ ਲਈ ਆ। ਕਹੋ ਸਤਨਾਮ ਸ੍ਰੀ। ਤੂੰ ਮਾਝੇ ਦੀ ਸਿੱਖੀ ਬਚਾ ਲਈ ਆ। ਤੇ ਜੇ ਕਿਤੇ ਭਾਈ ਮਹਾਂ ਸਿੰਘ ਹੋਰੀ ਮਾਈ ਭਾਗੋ ਵਰਗੇ ਇਹ ਕੰਮ ਨਾ ਕਰਦੇ ਤਾਂ ਫਿਰ ਗੁਰੂ ਪਿਆਰੂ ਅੱਜ ਤੱਕ ਮਾਝੇ ਦੇ ਲੋਕਾਂ ਨੇ ਗੱਲ ਕਹਿਣੀ ਸੀ ਕਿ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਭੱਜ ਗਏ ਸੀ। ਧਿਆਨ ਦਿਓ। ਤਾਂ ਉਸ ਵੇਲੇ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਜਿਹੜਾ ਕਾਗਜ਼ ਸੀਗਾ ਪਾੜ ਕੇ ਉਹਨਾਂ ਸੰਗਤਾਂ ਨੂੰ ਆਪਣੇ ਚਰਨੀ ਲਾਇਆ ਔਰ ਆਉਣ ਵਾਲੇ ਸਮੇਂ ਵਾਸਤੇ ਵੀ ਬਖਸ਼ਾਂ ਕਰ ਦਿੱਤੀਆਂ ਵੀ ਚਲੋ ਕੋਈ ਗੱਲ ਨਹੀਂ ਬਖਸ਼ ਲੈ। ਕਿਉਂਕਿ ਅਣਕ ਬਾਹਰ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ। ਮਾਂ ਪਿਓ ਵੀ ਇੰਨਾ ਕਠੋਰ ਨਹੀਂ ਹੁੰਦਾਗਾ, ਅਖੀਰ ਬੱਚਿਆਂ ਨੂੰ ਗਲੇ ਲਾਉਂਦਾ। ਤੇ ਇਸੇ ਤਰ੍ਹਾਂ ਫਿਰ ਉਹ ਤਾਂ ਗੁਰੂ ਸਾਹਿਬ ਹੈ। ਤੇ ਜਦੋਂ ਹੀ ਪਾਤਸ਼ਾਹ ਜੀ ਨੇ ਉਹ ਕਾਗਜ਼ ਪਾੜਿਆ, ਭਾਈ ਮਹਾਂ ਸਿੰਘ ਨੂੰ ਸ਼ਾਂਤੀ ਆਈ ਔਰ ਨਮਸਕਾਰ ਕਰਦਾ, ਫਤਿਹ ਬੁਲਾਉਂਦਾ ਪਾਤਸ਼ਾਹ ਜੀ ਨੂੰ, ਚੰਗਾ ਮਹਾਰਾਜ ਮੈਂ ਵੀ ਹੁਣ ਤੁਹਾਡੇ ਸੱਚਖੰਡ ਚੱਲਿਆ, ਮੇਰੇ ਤੇ ਵੀ ਅਸ਼ੀਰਵਾਦ ਦਿਓ। ਤੇ ਭਾਈ ਮਹਾਂ ਸਿੰਘ ਨੇ ਫਿਰ ਸਰੀਰ ਤੇ ਆ ਗਿਆ। ਮਾਤਾ ਭਾਗ ਕੌਰ ਜੀ ਜਿਹੜੇ ਸਨ ਥੋੜੇ ਘੱਟ ਜ਼ਖਮੀ ਸਨ, ਉਹ ਸਹੀ ਸਲਾਮਤ ਮਿਲ ਗਏ। ਉਹਨਾਂ ਦੀ ਮਲਮ ਪੱਟੀ ਕੀਤੀ, ਸਾਲ ਪੱਤਰ ਦੀ ਮਲਮ ਹੁੰਦੀ ਸੀ, ਉਹ ਲਾਈ ਗਈ ਜ਼ਖਮਾਂ ਦੇ ਉੱਤੇ, ਠੀਕ ਹੋ ਗਏ। ਉਹ ਤਾਂ ਫਿਰ ਹਜ਼ੂਰ ਸਾਹਿਬ ਤੱਕ ਪਾਤਸ਼ਾਹ ਜੀ ਦੇ ਨਾਲ ਰਹੇ ਨੇ। ਕਹਿਣ ਤੋਂ ਭਾਵ ਹੈ ਕਿ ਅੱਜ ਦਾ ਮਹੀਨਾ ਜਿਹੜਾ ਹੈ ਮਾਘ ਦਾ, ਇਹ ਸਾਨੂੰ ਕੁਝ ਸੁਨੇਹਾ ਦਿੰਦਾ ਹੈ, ਕੁਝ ਸਿੱਖਿਆ ਦਿੰਦਾ ਹੈ ਕਿ ਦੇਖ ਉਹ ਭਾਈ ਮਹਾਂ ਸਿੰਘ ਹੋਰੀ ਦੁਆਰਾ ਗੁਰੂ ਨੂੰ ਲੱਭਿਆ ਤੇ ਗੁਰੂ ਨੂੰ ਮਿਲੇ, ਉਹਨਾਂ ਦੇ ਚਰਨੀ ਲੱਗੇ, ਉਹਨਾਂ ਦਾ ਉਧਾਰ ਹੋ ਗਿਆ। ਉਹਨਾਂ ਦੇ ਕਰਮ ਦੀ ਮੈਲ, ਜਿਹੜਾ ਕਿ ਬੇਦਾਵਾ ਉਹਨਾਂ ਨੇ ਕੀਤੇ ਕਰਮ ਦੀ ਮੈਲ ਸੀ, ਉਹ ਭਾਈ ਮਹਾਂ ਸਿੰਘ ਨੇ ਧੋਤੀ, ਉਹਨਾਂ 40 ਸਿੰਘਾਂ ਨੇ ਧੋਤੀ ਆਪਣੇ ਖੂਨ ਦੇ ਨਾਲ। ਕਈ ਵਾਰੀ ਕਹਿੰਦੇ ਆ ਨਾ, ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ। ਕਹੋ ਸਤਨਾਮ ਸ੍ਰੀ। ਤੇ ਵਾਕਿਆ ਹੀ ਜਲਦੀ ਖੁੱਲ ਗਈ ਇਹ ਗੰਢ,
ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ।